ਕੁਲਦੀਪ ਧਾਲੀਵਾਲ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਤੁਹਾਡੇ ਸਾਈਨ ਦਿਖਾਏ ਕਿ 10 ਤਰੀਕ ਨੂੰ ਕਾਂਗਰਸ ਹਾਰ ਗਈ ਸੀਗੀ ਤੇ 11 ਮਾਰਚ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੁਣੀ ਅੰਮ੍ਰਿਤਸਰ ਦੇ ਵਿੱਚ ਬਣੀ ਇੱਕ ਪ੍ਰਾਈਵੇਟ ਕਲੋਨੀ ਦੀ ਫਾਈਲ ਕਲੀਅਰ ਕਰ ਗਏ। ਕਹਿੰਦੇ ਏਡੀ ਕਾਹਲੀ ਕਿਉਂ ਸੀ? ਇਹ ਪਹਿਲਾਂ ਵੀ ਮੇਰਾ ਇਹਦਾ ਪਿਆਰ ਹੈ। ਇੱਥੇ ਕਾਦੀਆਂ ਜੀ ਫਿਰਦਾ ਰਿਹਾ ਜੀ, ਧਾਲੀਵਾਲ ਸਾਹਿਬ ਕਾਦੀਆਂ ਜੀ ਫਿਰਦਾ ਤੁਰਦਾ ਰਿਹਾ ਵਾ। ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਇੰਚਾਰਜ ਹੁੰਦੇ ਸੀ ਉੱਥੇ। 12 ਵਿੱਚ ਇਹਨੇ ਆਣ ਕੇ ਪੂਰਾ ਜ਼ੋਰ ਲਾਇਆ ਸੀ ਮੈਨੂੰ ਹਰਾਉਣ ਦਾ। ਜਿਹੜੇ ਉਸ ਸਮੇਂ ਡੀਸੀ ਸੀਗੇ ਸ਼ਿਵਦੁਲਾਰ ਸਿੰਘ, ਕਹਿੰਦੇ ਉਹਨਾਂ ਨੇ ਜਿਹੜਾ ਰੇਟ ਨਵਾਂ ਕਲੈਕਟਰ ਰੇਟ ਨਾਲ ਮੈਚ ਕਰਕੇ ਲਾਉਣਾ ਸੀਗਾ ਉਹ ਰੇਟ ਨਹੀਂ ਲਾਇਆ ਗਿਆ ਔਰ ਇਸ ਦੇ ਕਰਕੇ ਸਰਕਾਰ ਨੂੰ 28 ਕਰੋੜ ਰੁਪਏ ਦਾ ਘਾਟਾ। ਨਹੀਂ, ਇਹ ਗਲਤ ਗੱਲ ਹੈ ਜੀ। ਤਕਰੀਬਨ 7.5 ਕਰੋੜ ਨੂੰ ਕਿੱਲਾ ਹੈਗਾ ਉੱਥੇ, ਕਰੀਬਨ 7.5 ਕਰੋੜ ਨੂੰ ਕਿੱਲਾ। ਉਸੇ ਕੈਲਕੂਲੇਸ਼ਨ 'ਚ 28 ਕਰੋੜ ਦਾ ਨੁਕਸਾਨ ਹੋਇਆ। ਮੈਂ ਜੀ ਕਲੈਕਟਰ ਰੇਟ ਲੈਣਾ ਹੁੰਦਾ, ਕਮਰਸ਼ੀਅਲ ਰੇਟ ਨਹੀਂ ਲੈਣਾ ਹੁੰਦਾ। ਹੁਣ ਪਹਿਲਾਂ ਵਜ਼ੀਰ ਸਾਹਿਬ ਇਹਨੂੰ ਜਸਟੀਫਾਈ ਕਰਦੇ ਨੇ, ਜਦੋਂ ਸੰਗਰੂਰ ਇਲੈਕਸ਼ਨ ਅਨਾਉਂਸ ਹੋ ਜਾਂਦੀ ਹੈ ਫਿਰ ਵਜ਼ੀਰ ਸਾਹਿਬ ਕਹਿੰਦੇ ਨਹੀਂ ਜੀ ਇੱਥੇ ਤੇ ਘਪਲਾ ਹੀ ਬੜਾ ਵੱਡਾ ਹੋ ਗਿਆ। ਤੁਹਾਨੂੰ ਲੱਗਦਾ ਕਿ ਇਲੈਕਸ਼ਨ 'ਚ ਮਾਈਲੇਜ ਲੈਣ ਦੇ ਲਈ ਕਰ ਰਹੀ ਸਰਕਾਰ? ਹੋਰ ਕੀ ਕਰ ਕੀ ਰਹੇ? ਪਰ ਹੁਣ ਇਨਕੁਆਇਰੀ ਕਮੇਟੀ ਬਣਾ ਦਿੱਤੀ ਹੈ, 8 ਦਿਨਾਂ ਦੇ ਵਿੱਚ ਉਹਨਾਂ ਨੇ ਆਪਣੀ ਰਿਪੋਰਟ ਦੇਣੀ ਹੈ। ਉਹ ਇਨਕੁਆਇਰੀ ਕਮੇਟੀ ਦਾ ਡਿਪਾਰਟਮੈਂਟ ਦੀ ਕਮੇਟੀ ਹੈ, ਉਹਨੂੰ ਜੋ ਵਜ਼ੀਰ ਨੇ ਚਾਹਣਾ ਉਹ ਲਿਖਣਾ। ਤੁਹਾਨੂੰ ਕੀ ਲੱਗਦਾ ਫਰੇਮ ਹੋਵੋਗੇ? ਸੱਤਾ ਦੇ ਗਲਿਆਰਿਆਂ 'ਚ ਚਰਚਾ ਹੋ ਰਹੀ ਹੈ, ਕਹਿੰਦੇ ਕਾਂਗਰਸ ਦੇ ਮੰਤਰੀਆਂ ਦੀ ਸਾੜ ਸੱਤੀ ਸ਼ੁਰੂ ਹੋ ਗਈ। ਇੱਕ ਸਾਧੂ ਸਿੰਘ ਧਰਮਸੋਤ ਫਸੇ ਹੋਏ ਨੇ, ਤੁਹਾਡੀ ਇਨਕੁਆਇਰੀ ਲੱਗ ਗਈ ਔਰ ਇੱਕ ਇਨਕੁਆਇਰੀ ਭਾਰਤ ਭੂਸ਼ਣ ਆਸ਼ੂ ਦੇ ਅਗੇਂਸਟ ਵੀ ਮੇਰਾ ਖਿਆਲ ਜੀ ਉਹ ਸਰਕਾਰ ਅੱਜ ਜੋ ਮਰਜ਼ੀ ਕਰੇ, ਮੈਂ ਆਪਣਾ ਜ਼ਿੰਮੇਵਾਰ ਹਾਂ। ਮੈਂ ਹਰ ਕਚਹਿਰੀ ਹਰ ਇਨਕੁਆਇਰੀ ਫੇਸ ਕਰਨ ਨੂੰ ਤਿਆਰ ਹਾਂ। ਮੇਰੇ ਮਨ ਤੇ ਕੋਈ ਬੋਝ ਨਹੀਂ। 28 ਕਰੋੜ ਦਾ ਨੁਕਸਾਨ ਹੋਇਆ। ਨੁਕਸਾਨ ਹੁਣ ਸਾਨੂੰ ਲੱਗ ਗਿਆ, ਸਮਝ ਸਾਡੇ ਆ ਚੁੱਕਿਆ ਵੀ ਨੁਕਸਾਨ ਹੋ ਗਿਆ। ਕਹਿੰਦੇ ਅਸੀਂ ਰਿਕਵਰੀ ਕਰਾਂਗੇ। ਧਾਲੀਵਾਲ ਸਾਹਿਬ ਐਵੇਂ ਗੱਲ ਵਧਾ ਰਹੇ ਨੇ। ਨਵੇਂ ਡੀਸੀ ਸਾਹਿਬ ਕੋਲੋਂ ਬੜਾ ਚੰਗਾ ਡੀਸੀ ਸਾਹਿਬ ਹੋਣੀ ਨੇ, ਰੇਟ ਵਾ ਕੇ ਦੇ ਰਹੇ। ਬਾਜਵਾ ਸਾਹਿਬ, ਹੁਣ ਸਥਿਤੀ ਇਹ ਆ ਕਿ ਸਾਬਕਾ ਪੰਚਾਇਤ ਮੰਤਰੀ ਬਨਾਮ ਮੌਜੂਦਾ ਪੰਚਾਇਤ ਮੰਤਰੀ, ਤੁਹਾਡਾ ਆਪਣਾ ਪੱਖ ਹੈ। ਤੁਸੀਂ ਕਹਿੰਦੇ ਕੋਈ ਗੜਬੜ ਘਪਲਾ ਹੋਇਆ ਨਹੀਂ, ਉਹ ਕਹਿੰਦੇ ਘਪਲਾ ਹੋਇਆ। ਉਹ ਇਸ ਨੂੰ ਘਪਲਾ ਸ਼ਬਦ ਬੋਲਦੇ ਆ। ਲੋਕੀ ਯਕੀਨ ਕਿਵੇਂ ਕਰਦੇ? ਇਸ ਗੱਲ ਲਈ ਮੈਨੂੰ ਕਿਸੇ ਮੰਦਰੇ ਮਸਜਿਦ ਗੁਰਦੁਆਰੇ ਵਿੱਚੋਂ ਨੂੰ ਤਿਆਰ ਆ ਵੀ ਮੈਂ ਇਹਦੇ 'ਚ ਨਵੇਂ ਪੈਸੇ ਦਾ ਰਵਾਦਾਰ ਨਹੀਂ। ਕੋਈ ਯਕੀਨ ਕਰੇ ਨਾ ਕਰੇ ਉਹਦੀ ਮਰਜ਼ੀ ਹੈ, ਪਰ ਮੈਂ ਨਹੀਂ ਕਿਸੇ ਨਵੇਂ ਪੈਸੇ ਦਾ ਰਵਾਦਾਰ। ਬਾਜਵਾ ਸਾਹਿਬ, ਸਭ ਤੋਂ ਪਹਿਲਾਂ ਕੁਲਦੀਪ ਧਾਲੀਵਾਲ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਤੁਹਾਡੇ ਸਾਈਨ ਦਿਖਾਏ ਕਿ 10 ਤਰੀਕ ਨੂੰ ਕਾਂਗਰਸ ਹਾਰ ਗਈ ਸੀਗੀ ਤੇ 11 ਮਾਰਚ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੁਣੀ ਅੰਮ੍ਰਿਤਸਰ ਦੇ ਵਿੱਚ ਬਣੀ ਇੱਕ ਪ੍ਰਾਈਵੇਟ ਕਲੋਨੀ ਦੀ ਫਾਈਲ ਕਲੀਅਰ ਕਰ ਗਏ। ਕਹਿੰਦੇ ਏਡੀ ਕਾਹਲੀ ਕਿਉਂ ਸੀ? ਨਹੀਂ, ਕਾਹਲੀ ਤੇ ਕੋਈ ਨਹੀਂ। ਫਾਈਲ ਤੇ 66 ਸਾਲਾਂ ਦੀ ਤੁਰੀ ਆ ਰਹੀ ਹੈ ਔਰ ਟੀਮ ਦੀ ਫਾਈਲ ਸੀਗੀ ਤੇ ਮੈਂ ਉਦੋਂ ਕੋਡ ਹਟ ਗਿਆ ਸੀ, ਮੈਂ ਸਾਈਨ ਕੀਤੇ ਨੇ। ਕੋਈ ਮੁਨਕਰ ਵਾਲੀ ਗੱਲ ਨਹੀਂ ਹੈਗੀ। ਪਰ ਇਹ ਕੋਡ ਆਫ ਕੰਡਕਟ ਦੇ ਵਿੱਚ ਕੀਤੀ ਗਈ, ਕੋਡ ਹਟਿਆ ਨਹੀਂ ਸੀ। ਕੋਡ 11 ਤਰੀਕ ਨੂੰ ਕੋਡ ਹਟ ਗਿਆ ਸੀ, ਪਰ ਇਸ ਦੇ ਬਾਵਜੂਦ ਕੋਡ ਦੇ ਦੌਰਾਨ ਤੁਸੀਂ ਰੂਟੀਨ ਦਾ ਕੰਮ ਕਰ ਸਕਦੇ ਹੋ। ਕੋਈ ਪਾਲਿਸੀ ਡਿਸੀਜਨ ਤੁਸੀਂ ਨਹੀਂ ਲੈ ਸਕਦੇ, ਜੋ ਮੇਰੀ ਸੋਚ ਆ। ਮੈਂ ਗਲਤ ਆ, ਠੀਕ ਆ, ਇਹ ਲੀਗਲ ਹੈ ਨਹੀਂ ਲੀਗਲ, ਇਹ ਮੇਰਾ ਖਿਆਲ ਸਾਡੇ ਚੀਫ ਸੈਕਟਰੀ ਸਾਹਿਬ ਜਾਂ ਸੈਕਟਰੀ ਪਰਸੋਨਲ ਵਗੈਰਾ ਫੈਸਲਾ ਕਰਨਗੇ ਮੈਂ ਕਰ ਸਕਦਾ ਕਿ ਨਹੀਂ ਕਰ ਸਕਦਾ। ਪਰ ਮੇਰੇ ਖਿਆਲ ਨਾਲ ਮੈਂ ਸਾਈਨ ਕਰ ਸਕਦਾ ਸੀ। ਰੂਟੀਨ ਫਾਈਲ ਸੀਗੀ। ਇਸ ਦੇ ਵਿੱਚ ਇਹ ਗੱਲ ਕਹੀ ਗਈ ਕਿ ਕਿਉਂਕਿ ਕਾਂਗਰਸ ਹਰੀ ਸੀਗੀ ਉਸ ਸਮੇਂ ਔਰ ਅਗਲੇ ਦਿਨ 11 ਮਾਰਚ ਨੂੰ ਆਖਰੀ ਕੈਬਨਿਟ ਹੋਈ ਕਾਂਗਰਸ ਦੀ, ਚਰਨਜੀਤ ਚੰਨੀ ਸਰਕਾਰ ਦੀ, ਔਰ ਆਖਰੀ ਕੈਬਨਿਟ ਕਰਕੇ ਤੁਸੀਂ ਗਵਰਨਰ ਨੂੰ ਅਸਤੀਫਾ ਦੇਣ ਚਲੇ ਗਏ ਸਾਰੇ ਮਿਨਿਸਟਰਸ। ਜਿਸ ਸਮੇਂ ਆਖਰੀ ਕੈਬਨਿਟ ਡਿਸੋਲਵ ਹੋ ਗਈ ਔਰ ਉਸ ਤੋਂ ਬਾਅਦ ਇਹ ਫਾਈਲ ਕਲੀਅਰ ਕਰਨ ਦੀ ਕੀ ਲੋੜ ਸੀ? ਦੇਖੋ, ਕੇਅਰਟੇਕਰ ਗਵਰਨਮੈਂਟ ਹੁੰਦੀ ਹੈ। ਇਹ ਫਾਈਲ ਜਿਹੜੀ ਹੈ ਕਿ ਐਸ ਕੇਅਰਟੇਕਰ ਗਵਰਨਮੈਂਟ ਹੋਈ ਹੈ, ਪਰ ਰੂਟੀਨ ਦੀ ਫਾਈਲ ਸੀ। ਇਹ 'ਚ ਮੈਂ ਕੋਈ ਐਡਾ ਵੱਡਾ ਡਿਸੀਜਨ ਤਾਂ ਲਿਆ ਨਹੀਂ ਗਾ। ਜਿਹੜੀ 6 ਸਾਲਾਂ ਦੀ ਫਾਈਲ ਤੁਰੀ ਆਉਂਦੀ ਹੈ, ਕੁਦਰਤੀ ਆ ਗਈ, ਮੈਂ ਕੱਢ ਦਿੱਤੀ। ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੁਣਾਂ ਨੇ ਕਿਸੇ ਪ੍ਰਾਈਵੇਟ ਇਨਵੈਸਟਰ ਦਾ ਫਾਇਦਾ ਕਰਵਾਇਆ, ਜਾਂਦੇ ਜਾਂਦੇ ਫਾਈਲ ਤੇ ਦਸਤਖਤ ਕਰ ਗਏ। ਦੇਖੋ, ਫਾਈਨਲ ਇਨਵੈਸਟਰ ਦਾ ਫਾਇਦਾ ਮੈਂ ਕਿੱਥੋਂ ਕਰਾਉਣਾ? ਰੇਟ ਤੇ ਥੱਲਿਓ ਲੱਗ ਕੇ ਆਇਆ। ਜ਼ਿਲ੍ਹੇ ਦੀ ਹਾਈ ਪਾਵਰਡ ਕਮੇਟੀ ਹੁੰਦੀ ਹੈ ਜਿਹੜੀ ਰੇਟ ਲਾਉਂਦੀ ਹੈ। ਰੇਟ ਮੈਂ ਤੇ ਨਹੀਂ ਲਾਇਆ। ਰੇਟ ਤਾਂ ਲਾਇਆ ਸਾਡੇ ਮਾਨਯੋਗ ਡੀਸੀ ਸਾਹਿਬ ਨੇ। 3 ਵਾਰੀ ਇਸ ਫਾਈਲ ਤੇ ਰੇਟ ਲੱਗਾ ਹੈ। ਪਹਿਲਾਂ 53 ਲੱਖ ਲੱਗਾ, ਫਿਰ ਮੇਰਾ ਹੋਰ 29 ਲੱਖ ਲੱਗਾ, ਫਿਰ 43 ਲੱਖ ਲੱਗਾ। ਤਿੰਨਾਂ ਡੀਸੀਆਂ ਨੇ ਵੱਖਰੇ ਸਮੇਂ ਤੇ ਰੇਟ ਲਾਇਆ ਵਾ। ਇਹ ਤਾਂ ਰੇਟ ਲਾਉਣ ਵਾਲਿਆਂ ਨੇ ਵੇਖਣਾ ਸੀ। ਮੈਂ ਤਾਂ ਉਹ ਰੇਟ ਲਾਏ ਨੂੰ ਕੋਈ ਕੀਤਾ ਨਹੀਂ, ਮੈਂ ਵਧਾਇਆ ਘਟਾਇਆ ਨਹੀਂ, ਜਿਹੜਾ ਮੈਨੂੰ ਨਿੱਜੀ ਫਾਇਦਾ ਹੋ ਗਿਆ। ਇਸ ਦੇ ਵਿੱਚ ਆਬਜੈਕਸ਼ਨ ਇਹ ਹੈਗਾ ਬਾਜਵਾ ਸਾਹਿਬ ਕਿ ਜਿਹੜੇ ਉਸ ਸਮੇਂ ਡੀਸੀ ਸੀਗੇ ਸ਼ਿਵਦੁਲਾਰ ਸਿੰਘ, ਕਹਿੰਦੇ ਉਹਨਾਂ ਨੇ ਜਿਹੜਾ
ਰੇਟ ਨਵਾਂ ਕਲੈਕਟਰ ਰੇਟ ਨਾਲ ਮੈਚ ਕਰਕੇ ਲਾਉਣਾ ਸੀਗਾ ਉਹ ਰੇਟ ਨਹੀਂ ਲਾਇਆ ਗਿਆ ਔਰ ਇਸ ਦੇ ਕਰਕੇ ਸਰਕਾਰ ਨੂੰ 28 ਕਰੋੜ ਰੁਪਏ ਦਾ ਘਾਟਾ ਹੋਇਆ। ਨਹੀਂ, ਇਹ ਗਲਤ ਗੱਲ ਹੈ ਜੀ। ਸ਼ਿਵ ਦੁਲਾਰ ਸਿੰਘ ਨੇ ਜੋ ਕੀਤਾ ਕਾਨੂੰਨ ਮੁਤਾਬਕ ਕੀਤਾ, ਮੇਰੀ ਸੋਚ ਮੁਤਾਬਕ। ਜਿਹੜਾ ਉਸ ਵੇਲੇ ਦਾ ਕਲੈਕਟਰ ਰੇਟ ਲੈਣਾ ਸੀਗਾ ਤੇ ਜਦ ਲਾਗੇ ਚਾਗੇ ਜੀ ਰਜਿਸਟਰੀਆਂ ਹੋਈਆਂ ਹੁੰਦੇ ਉਹ ਰੇਟ ਲੈ ਕੇ ਸ਼ਾਂਟ ਰੇਟ ਕੱਢਣਾ ਹੁੰਦਾ। ਸ਼ਾਂਟ ਰੇਟ ਕੱਢ ਕੇ ਉਦੋਂ ਮੈਂ ਜੋ ਸੁਣਿਆ ਵਾ ਸ਼ਾਂਟ ਰੇਟ ਨਿਕਲਿਆ ਸੀ 38 ਲੱਖ। ਸ਼ਿਵ ਦੁਲਾਰ ਜੀ ਨੇ 5 ਲੱਖ ਰੁਪਈਆ ਆਪਣੇ ਕੋਲੋਂ ਵਧਾਇਆ। ਸ਼ਿਵ ਦੁਲਾਰ ਸਿੰਘ ਬੜਾ ਆਨੈਸਟ ਅਫਸਰ ਸੀਗਾ। ਸਾਡੇ ਮੰਤਰੀ ਸਾਹਿਬ ਜਿਹੜੇ ਅੱਜ ਇਲਜ਼ਾਮ ਲਾ ਰਹੇ ਨੇ, ਇਹ ਕੁਝ ਦਿਨ ਪਹਿਲਾਂ ਤੇ ਇਹ ਸਾਰੀ ਤਰੀਕ ਸਾਰੇ ਐਪੀਸੋਡ ਨੂੰ ਸਾਰੀ ਫਾਈਲ ਨੂੰ ਜਸਟੀਫਾਈ ਕਰ ਰਹੇ ਸੀਗੇ ਵੀ ਜੋ ਹੈ ਬਿਲਕੁਲ ਠੀਕ ਹੋਇਆ। ਸ਼ਿਵ ਦੁਲਾਰ ਇੱਕ ਬੜਾ ਇਮਾਨਦਾਰ ਅਫਸਰ ਹੈ ਤੇ ਰੇਟ ਤੇ ਸ਼ਿਵ ਦੁਲਾਰ ਨੇ ਲਾਇਆ, ਮੈਂ ਤੇ ਨਹੀਂ ਲਾਇਆ। ਸ਼ਿਵ ਦੁਲਾਰ ਹੋਣਾ ਨੇ ਕੀ ਰੇਟ ਲਾਇਆ ਸੀਗਾ? ਸ਼ਿਵ ਦੁਲਾਰ ਨੇ 43 ਲੱਖ ਰੁਪਈਆ। ਰਸਤੇ 'ਚ 4 ਕਿੱਲੇ ਜ਼ਮੀਨ ਇਕੱਠੀ ਨਹੀਂ ਹੈਗੀ, ਪਹਿਲਾਂ ਤਾਂ ਗੱਲ ਸਮਝ ਲਓ। ਇਹ ਜ਼ਮੀਨ ਕਲੋਨੀ ਦੇ ਵਿੱਚ ਰਸਤੇ ਨੇ, ਸਰਕਾਰੀ ਰਸਤੇ, ਪੰਚਾਇਤ ਦੀ ਕੋਈ ਜ਼ਮੀਨ ਨਹੀਂ, 4 ਏਕੜ ਇਕੱਠੇ ਨਹੀਂ ਰਸਤੇ ਨੇ। ਕੋਈ ਇੱਕ ਰਸਤਾ ਕੋਈ 2 ਕਿੱਲੇ ਲੰਮਾ ਵਾ 11 ਫੁੱਟ ਚੌੜਾ, ਦੂਜਾ ਰਸਤਾ ਕੋਈ 4 ਕਿੱਲੇ ਲੰਮਾ 11 ਫੁੱਟ ਚੌੜਾ, ਕਿਤੇ ਨਹਿਰੀ ਖਾਲ ਆ। ਇਹ ਸਾਰਾ ਰਲ ਮਿਲ ਕੇ ਤਾਂ 4 ਕਿੱਲੇ ਬਣਦੀ ਹੈ, ਪਰ ਇਕੱਠੇ ਨਹੀਂ। ਤੇ ਕਾਨੂੰਨ ਵੀ ਹੈ ਵੀ ਜਿਹੜਾ ਜਿਹਦੀ ਕਲੋਨੀ ਆ ਉਸੇ ਨੂੰ ਹੀ ਦੇਣੀ ਹੁੰਦੀ ਆ। ਹੁਣ ਫਰਜ਼ ਕਰੋ ਜਿਹੜੇ ਵਿੱਚ ਪਾਏ ਹੁੰਦੇ ਜਿਹੜੇ ਰਸਤੇ ਹੁੰਦੇ ਉਹਦਾ ਅਧਿਕਾਰ ਪੰਚਾਇਤਾਂ ਕੋਲ ਨੂੰ ਹੁੰਦਾ ਤੇ ਇਹਦੀ ਸੇਲ ਜਿਹੜੀ ਪੰਚਾਇਤ ਨੂੰ ਜਾਣੀ ਹੁੰਦੀ ਹੈ। ਜਿੱਦਣ ਸ਼ਿਵ ਦੁਲਾਰ ਜੀ ਨੇ ਫੈਸਲਾ ਕੀਤਾ ਉਦੋਂ ਪੰਚਾਇਤ ਵੀ ਉੱਥੇ ਬੈਠੀ ਸੀਗੀ, ਜਿਹਨੇ ਜ਼ਮੀਨ ਖਰੀਦਣੀ ਸੀ ਉੱਥੇ ਬੈਠਾ ਸੀ। ਹਾਈ ਪਾਵਰ ਕਮੇਟੀ 'ਚ ਡੀਸੀ ਸਾਹਿਬ ਹੁੰਦੇ ਨੇ ਤੇ ਨਾਲ ਡੀਆਰਓ ਹੁੰਦਾ, ਡੀਡੀਪੀਓ ਹੁੰਦਾ, ਇੱਕ ਸ਼ਾਇਦ ਕੋਈ ਹੋਰ ਅਫਸਰ ਹੈ। ਇਹ ਸਾਰੇ ਰਲ ਕੇ ਫੈਸਲਾ ਕਰਦੇ ਨੇ, ਕਹਿੰਦੇ ਡੀਸੀ ਸਾਹਿਬ ਵੀ ਨਹੀਂ ਕਰਦੇ। ਸੋ ਉਹਨਾਂ ਨੇ ਰੇਟ ਤੈਅ ਕੀਤਾ, ਮੈਂ ਤਾਂ ਨਹੀਂ ਰੇਟ ਯਾਦ ਕੀਤਾ। ਮੇਰੇ ਕੋਲ ਰੇਟ ਤੈਅ ਹੋ ਕੇ ਆਇਆ ਵਾ ਤੇ ਮੈਂ ਉਹਨੂੰ ਅਪਰੂਵ ਕੀਤਾ। ਇਸ ਕੇਸ ਨੂੰ ਇਸ ਤਰ੍ਹਾਂ ਦੇ ਨਾਲ ਨਜ਼ਰ ਆ ਰਿਹਾ ਜਾਂ ਇਸ ਤਰ੍ਹਾਂ ਦੇ ਨਾਲ ਦਿਖਾਇਆ ਗਿਆ ਕਿ 11 ਮਾਰਚ ਨੂੰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੁਣੀ ਸਾਈਨ ਕਰ ਦਿੰਦੇ ਨੇ। ਉਸ ਤੋਂ ਬਾਅਦ 4 ਦਿਨਾਂ ਬਾਅਦ ਜਿਹੜੇ ਨੇ ਉਹ ਸੈਕਟਰੀ ਤੁਹਾਡੇ ਡਿਪਾਰਟਮੈਂਟ ਦੇ ਉਹ ਫਾਈਲ ਨੂੰ ਕਲੀਅਰ ਕਰ ਦਿੰਦੇ ਨੇ। ਉਸ ਤੋਂ ਬਾਅਦ ਮਤਾ ਜਿਹੜਾ ਹੈਗਾ 8-9 ਦਿਨਾਂ ਦੇ ਵਿੱਚ ਜਿਹੜੀ ਪੰਚਾਇਤ ਹੈ, ਪੰਚਾਇਤ ਮਤਾ ਪਾ ਕੇ ਉਹਨੂੰ ਕਲੀਅਰ ਕਰ ਦਿੰਦੀ ਹੈ ਔਰ ਜਾ ਕੇ 19 ਅਪ੍ਰੈਲ ਨੂੰ ਰਜਿਸਟਰੀ ਹੋ ਜਾਂਦੀ। ਇਹ ਬਹੁਤ ਫਾਸਟ ਪ੍ਰੋਸੈਸ ਹੋ ਜਾਂਦਾ ਜਿਹੜਾ ਕਈ ਸਾਲਾਂ ਤੋਂ ਲਟਕਿਆ ਹੋਇਆ ਸੀਗਾ। ਇਸ ਦੇ ਵਿੱਚੋਂ ਮਨਸ਼ਾ ਇਹ ਨਜ਼ਰ ਆ ਰਹੀ ਹੈ ਜਾਂ ਮਨਸ਼ਾ ਇਹ ਦਿਖਾਈ ਜਾ ਰਹੀ ਹੈ ਕਿ ਕਿਸੇ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਸਰਕਾਰ ਜਾ ਰਹੀ ਹੈ ਜਲਦੀ ਜਲਦੀ ਇਸ ਨੂੰ ਕਲੀਅਰ ਕਰਦੀ ਹੈ। ਫਾਇਦਾ ਤਾਂ ਪਹਿਲਾਂ ਅਕਾਲੀ ਸਰਕਾਰ ਵੇਲੇ ਸ਼ੁਰੂ ਹੋਇਆ ਸੀ। ਇਹ ਫਾਇਦੇ ਅਕਾਲੀ ਸਰਕਾਰ ਵੇਲੇ ਸ਼ੁਰੂ ਹੋਈ, ਸਾਡੀ ਸਰਕਾਰ ਵੀ ਲੰਘ ਗਈ। ਫਾਇਦਾ ਨਾ ਫਾਇਦੇ ਵਾਲੀ ਗੱਲ ਤਾਂ ਰੇਟ ਤਾਂ ਡੀਸੀ ਸਾਹਿਬ ਵੇਲੇ ਹੋਇਆ ਸੀ। ਤਾਂ ਫਾਇਦਾ ਉਹਨਾਂ ਕੀਤਾ ਨਹੀਂ ਕੀਤਾ, ਪਰ ਮੇਰਾ ਨਹੀਂ ਖਿਆਲ ਸ਼ਿਵ ਦੁਲਾਰ ਸਿੰਘ ਨੇ ਇੱਕ ਇਹੋ ਜਿਹਾ ਚੰਗਾ ਇਨਸਾਨ ਸੀ ਵੀ ਉਹਨੇ ਕਿਸੇ ਨੂੰ ਨਿੱਜੀ ਫਾਇਦਾ ਉਠਾ ਪਹੁੰਚਾਇਆ। ਪੰਚਾਇਤ ਨੂੰ ਫਾਇਦਾ ਹੋਇਆ। ਫਿਰ ਇਸ ਜ਼ਮੀਨ ਉੱਤੇ ਸਾਡੇ ਡਿਪਟੀ ਡਾਇਰੈਕਟਰ ਸਾਹਿਬ ਨੇ ਮੌਕਾ ਵਿਜ਼ਿਟ ਕੀਤਾ। ਮੌਕਾ ਵਿਜ਼ਿਟ ਕਰਕੇ ਉਹਨੇ ਸਾਰਾ ਥਾਂ ਦੇਖਿਆ। ਉਹਨੇ ਕਿਹਾ ਵੀ ਆਹ ਰਾਹ ਨਹੀਂ ਵਿਕਣਾ ਚਾਹੀਦਾ। ਉਹਨੇ ਜਸਟੀਫਾਈ ਕੀਤਾ ਵੀ ਇਹ ਜ਼ਰੂਰ ਵੇਚਣੀ ਚਾਹੀਦੀ, ਇਹਦਾ ਪੰਚਾਇਤ ਨੂੰ ਫਾਇਦਾ ਵਾ। ਉਹਨੇ ਵੀ ਜਸਟੀਫਾਈ ਕੀਤਾ। ਜਦੋਂ ਸੰਗਰੂਰ ਇਲੈਕਸ਼ਨ ਅਨਾਉਂਸ ਹੋ ਜਾਂਦੀ ਹੈ ਫਿਰ ਵਜ਼ੀਰ ਸਾਹਿਬ ਕਹਿੰਦੇ ਨਹੀਂ ਇਹ ਤਾਂ ਘਪਲਾ ਹੀ ਬੜਾ ਵੱਡਾ ਹੋ ਗਿਆ ਵਾ। ਸੰਗਰੂਰ ਇਲੈਕਸ਼ਨ ਦਾ ਕੀ ਲਿੰਕ ਹੈ ਇਹਦੇ ਨਾਲ? ਹਰ ਗੱਲ ਜੀ ਮੂਸਾ ਸਾਹਿਬ ਵਾਲਾ ਤੇ ਜਿਸ ਪਿੱਛੋਂ ਇਹ ਸਰਕਾਰ ਦਾ ਡਾਊਨਫਾਲ ਲੋਕਾਂ 'ਚ ਦੱਲੇ ਜਾਣਾ ਸ਼ੁਰੂ ਹੋ ਗਈ। ਫਿਰ ਇਹਨਾਂ ਨੇ ਦੂਜਾ ਕਿ ਵੀ ਕਾਂਗਰਸੀ ਬਦਨਾਮ ਕਰਕੇ ਉੱਥੇ ਜਿਹੜਾ ਇਹ ਕਰੋ। ਮੈਨੂੰ ਦੱਸੋ ਨਾ ਵੀ ਆਫਟਰ ਥਾਟ ਇਹ ਜਦੋਂ 20 ਦਿਨ ਪਹਿਲਾਂ ਤੁਸੀਂ ਜਸਟੀਫਾਈ ਕਰਨ ਦੇ ਇਹਨਾਂ ਦੇ ਫੇਸਬੁੱਕ ਤੇ ਅੱਜ ਵੀ ਫਾਈਲ ਇਹਨਾਂ ਦੀ ਇੰਟਰਵਿਊ ਪਈ ਹੋਈ ਜਿਸ 'ਚ ਜਸਟੀਫਾਈ ਕਰ ਰਹੇ ਨੇ ਵੀ ਨਹੀਂ ਕੋਈ ਘਪਲਾ ਨਹੀਂ ਹੋਇਆ। ਤੇ 20-25 ਦਿਨਾਂ ਪਿੱਛੋਂ ਕੀ ਗੱਲ ਨਿਕਲ ਕੇ ਆ ਗਈ ਵੀ ਹੁਣ ਕਰਪਸ਼ਨ ਹੋ ਗਈ, ਹੁਣ ਬੜਾ ਵੱਡਾ ਘਪਲਾ ਹੋ ਗਿਆ। ਤੁਹਾਨੂੰ ਲੱਗਦਾ ਕਿ ਇਲੈਕਸ਼ਨ 'ਚ ਮਾਈਲੇਜ ਲੈਣ ਦੇ ਲਈ ਕਰ ਰਹੀ ਸਰਕਾਰ? ਹੋਰ ਕੀ ਕਰ ਕੀ ਰਹੇ ਨੇ? ਪਰ ਉਹ ਇਹ ਗੱਲ ਕਹਿ ਰਹੇ ਨੇ ਬਾਜਵਾ ਸਾਹਿਬ ਕਿ 28 ਕਰੋੜ ਰੁਪਏ ਦਾ ਘਾਟਾ ਪਿਆ ਸਰਕਾਰ ਨੂੰ। ਮੈਂ ਜੀ 28 ਕਰੋੜ ਦੀ ਹੁਣ ਮੁਕਾ ਕੇ ਦੱਸ ਦੇਣ, 4 ਕਿੱਲੇ ਹੁਣ ਹੀ ਦੱਸ ਦੇਣ। ਹੁਣ ਰੇਟ ਕਿੰਨਾ ਉੱਥੇ? ਪਰ ਹੁਣ ਮੌਜੂਦਾ ਰੇਟ ਜੋ ਮੰਤਰੀ ਸਾਹਿਬ ਨੇ ਦੱਸਿਆ ਉਹ ਕਹਿੰਦੇ ਕਰੀਬਨ 7.5 ਕਰੋੜ ਨੂੰ ਕਿੱਲਾ ਹੈਗਾ ਉੱਥੇ, ਕਰੀਬਨ 7.5 ਕਰੋੜ ਨੂੰ ਕਿੱਲਾ। ਉਸੇ ਕੈਲਕੂਲੇਸ਼ਨ 'ਚ 28 ਕਰੋੜ ਦਾ ਨੁਕਸਾਨ ਹੋਇਆ। ਮੈਂ ਜੀ ਕਲੈਕਟਰ ਰੇਟ ਲੈਣਾ ਹੁੰਦਾ, ਕਮਰਸ਼ੀਅਲ ਰੇਟ ਨਹੀਂ ਲੈਣਾ ਹੁੰਦਾ। ਵਜ਼ੀਰ ਸਾਹਿਬ ਨੇ ਪਹਿਲਾਂ ਆਪ ਦੱਸਿਆ ਕਲੈਕਟਰ ਰੇਟ ਲੈਣਾ ਹੁੰਦਾ। ਵੀ ਕਲੈਕਟਰ ਰੇਟ ਮੁਤਾਬਕ ਉਹ ਜਿਹੜਾ ਰਜਿਸਟਰੀ ਹੁੰਦੀ ਹੈ, ਨਾ ਕਿ ਕਮਰਸ਼ੀਅਲ ਰੇਟ ਮੁਤਾਬਕ ਰਜਿਸਟਰੀ ਹੁੰਦੀ ਹੈ। ਵਜ਼ੀਰ ਸਾਹਿਬ ਤੇ ਹੁਣ ਉਸ ਤਰ੍ਹਾਂ ਗਲੋਰੀਫਾਈ ਕਰਕੇ ਬੜੀ ਵੱਡੀ ਕਰਪਸ਼ਨ ਹੋਈ ਆ, ਬੜਾ ਕੁਝ ਹੋਇਆ ਵਾ, ਇਹ ਕਰ ਰਹੇ ਨੇ। ਇਹ ਤਾਂ ਕਲੈਕਟਰ ਰੇਟ ਦੇ ਮੁਤਾਬਕ ਛਾਂਟ ਰੇਟ ਲੱਗਦਾ ਵਾ। ਪਰ ਹੁਣ ਇਨਕੁਆਇਰੀ ਕਮੇਟੀ ਬਣਾ ਦਿੱਤੀ ਹੈ, 3 ਮੈਂਬਰੀ ਕਮੇਟੀ ਬਣਾ ਦਿੱਤੀ ਹੈ। 8 ਦਿਨਾਂ ਦੇ ਵਿੱਚ ਉਹਨਾਂ ਨੇ ਆਪਣੀ ਰਿਪੋਰਟ ਦੇਣੀ ਹੈ। ਤੁਹਾਨੂੰ ਕੋਈ ਕਾਲ ਆਇਆ ਕਮੇਟੀ ਤੋਂ? ਮੈਨੂੰ ਤਾਂ ਕੋਈ ਕਾਲ ਨਹੀਂ ਆਈ, ਪਰ ਉਹ ਇਨਕੁਆਇਰੀ ਕਮੇਟੀ ਦਾ ਡਿਪਾਰਟਮੈਂਟ ਦੀ ਕਮੇਟੀ ਹੈ। ਉਹਨੂੰ ਜੋ ਵਜ਼ੀਰ ਨੇ ਚਾਹਣਾ ਉਹ ਲਿਖਣਾ। ਅੱਛਾ, ਮੈਂ ਤਾਂ ਆਖਿਆ ਸੀ ਵੀ ਮੈਂ ਕਿਸੇ ਸਿਟਿੰਗ ਜੱਜ ਦੀ ਇਨਕੁਆਇਰੀ ਫੇਸ ਕਰਨ ਨੂੰ ਤਿਆਰ ਹਾਂ। ਹਾਈ ਕੋਰਟ ਦੇ ਕਿਸੇ ਸਿਟਿੰਗ ਜੱਜ ਦੀ ਇਨਕੁਆਇਰੀ ਕਰਨ ਨੂੰ ਤਿਆਰ ਹਾਂ। ਕੋਈ ਰਿਟਾਇਰਡ ਜੱਜ ਦੀ ਇਨਕੁਆਇਰੀ ਲੜ ਮੈਂ ਵੀ ਫੇਸ ਕਰਨ ਨੂੰ ਤਿਆਰ ਹਾਂ। ਪਰ ਡਿਪਾਰਟਮੈਂਟ ਵਾਲਿਆਂ ਕੋਲ ਮੈਨੂੰ ਤਾਂ ਜ਼ਿਆਦਾ ਨਹੀਂ ਵੀ ਕੋਈ ਇਨਸਾਫ ਮਿਲੂਗਾ।
ਤੁਹਾਨੂੰ ਕੀ ਲੱਗਦਾ ਫਰੇਮ ਹੋਵੋਗੇ ਇਸ 'ਚ? ਪਤਾ ਨਹੀਂ ਕੀ ਕਰਦੇ, ਜੋ ਵਜ਼ੀਰ ਸਾਹਿਬ ਚਾਹੁਣਗੇ ਹੋਏਗਾ। ਹੂੰ ਵਜ਼ੀਰ ਸਾਹਿਬ ਦੇ ਥੱਲੇ ਅਫਸਰ ਨੇ, ਉਹਨਾਂ ਵਿਚਾਰਿਆਂ ਦੀ ਕੀ ਜ਼ਰੂਰਤ ਹੈ ਵਜ਼ੀਰ ਸਾਹਿਬ ਦੇ ਉਲਟ ਕੋਈ ਗੱਲ ਕਰ ਜਾ। ਇਹ ਪਹਿਲਾਂ ਵੀ ਮੇਰਾ ਇਹਦਾ ਪਿਆਰ ਹੈ, ਇੱਥੇ ਕਾਦੀਆਂ 'ਚ ਫਿਰਦਾ ਰਿਹਾ ਜੀ, ਧਾਲੀਵਾਲ ਸਾਹਿਬ ਕਾਦੀਆਂ 'ਚ ਫਿਰਦਾ ਤੁਰਦਾ ਰਿਹਾ ਵਾ। ਕਾਂਗਰਸੀ ਸੀ, ਸਾਡਾ ਕਾਂਗਰਸੀ ਸੀ, ਫਤਿਹਗੜ੍ਹ ਚੂੜੀਆਂ ਦਾ ਇੰਚਾਰਜ ਹੁੰਦਾ ਸੀ ਜਦੋਂ ਪੰਚਾਇਤ ਪਾਰਲੀਮੈਂਟ ਇਲੈਕਸ਼ਨ ਹੁੰਦੀ ਸੀਗੀ। ਸਰਦਾਰ ਸਤਨਾਮ ਸਿੰਘ ਦਾ ਉੱਥੇ ਇੰਚਾਰਜ ਹੁੰਦਾ ਸੀ, ਪ੍ਰਤਾਪ ਸਿੰਘ ਦਾ ਉੱਥੇ ਇੰਚਾਰਜ ਹੁੰਦਾ ਸੀ। ਪ੍ਰਤਾਪ ਸਿੰਘ ਬਾਜਵਾ ਦੇ ਇੰਚਾਰਜ ਸੀ ਜਦੋਂ ਪਾਰਲੀਮੈਂਟ ਇਲੈਕਸ਼ਨ ਲੜਦੇ ਹੁੰਦੇ ਸੀ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੇ ਇੰਚਾਰਜ ਹੁੰਦੇ ਸੀ ਉੱਥੇ। ਅੱਛਾ, ਇਹ 9 ਦੇ ਵਿੱਚ ਪੂਰੇ ਇੰਚਾਰਜ ਸਨ, ਸਾਰਾ ਪ੍ਰਤਾਪ ਸਿੰਘ ਬਾਜਵਾ ਦਾ ਸਾਰਾ ਕਰਤਾ। ਇਸ ਕਰਕੇ ਤੇ ਨਹੀਂ ਤ੍ਰਿਪਤ ਬਾਜਵਾ ਨਾਲ ਜ਼ਿਆਦਾ ਪਿਆਰ? ਉਹ ਚਲੋ ਉਹਦਾ ਪਿਆਰ ਤਾਂ ਹੈਗਾ, ਪਰ ਇਹ ਕੋਈ ਖਾਸ ਇਹ ਨਹੀਂ ਗੱਲ। 12 ਵਿੱਚ ਇਹਨੇ ਆਣ ਕੇ ਪੂਰਾ ਜ਼ੋਰ ਲਾਇਆ ਸੀ ਮੈਨੂੰ ਹਰਾਉਣ ਦਾ। ਅੱਛਾ, ਹਾਂਜੀ, ਕੋਈ ਮਤਲਬ ਪੁਰਾਣਾ ਹੀ ਤੁਰਿਆ ਫਿਰਦਾ, ਐਸੀ ਗੱਲ ਕੋਈ ਨਹੀਂ, ਮੈਨੂੰ ਨਵੀਂ ਗੱਲ ਕੋਈ ਨਹੀਂ, ਪਰ ਠੀਕ ਹੈ, ਪਰ ਜੋ ਸਾਬਿਤ ਕਰ ਸਕਦਾ ਕਰਕੇ ਵਿਖਾ ਲੈ। ਇਹ ਬੜੀ ਇੰਟਰਸਟਿੰਗ ਗੱਲ ਹੈਗੀ। ਤੁਸੀਂ ਕਹਿ ਰਹੇ 2012 ਚ ਤੁਹਾਨੂੰ ਕੁਲਦੀਪ ਧਾਲੀਵਾਲ ਨੇ ਇਲੈਕਸ਼ਨ ਹਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਸਮੇਂ ਇਹ ਪ੍ਰਤਾਪ ਬਾਜਵਾ ਦੇ ਇੰਚਾਰਜ ਸੀਗੇ ਨਾ। ਉਹ ਇੰਚਾਰਜ 9 ਹੀ ਸਨ। ਅੱਛਾ, 9 ਜਿਹਨੇ ਥੋੜੇ ਬਹੁਤੇ ਕਾਂਟੈਕਟਸ ਬਣਾ ਲਏ ਸਨ ਸਾਡੇ ਇਲਾਕੇ 'ਚ। ਤੇ ਮੁੜ ਕੇ ਜਦੋਂ 12 ਦੀ ਇਲੈਕਸ਼ਨ ਆਈ, ਫਿਰ ਉਹਨਾਂ ਨੂੰ ਕਹਿੰਦਾ ਰਿਹਾ ਵੀ ਇਹਨੂੰ ਹਰਾਓ ਵੋਟਾਂ ਵਧ। ਅੱਛਾ, ਹਰਾਉਣਾ ਨਾ ਹਰਾਉਣਾ ਤੇ ਕੁਦਰਤ ਦੇ ਵਾਸ, ਚਲੋ ਅਸੀਂ ਉਦੋਂ ਵੀ ਜਿੱਤ ਗਏ। ਤੁਸੀਂ ਕਹਿ ਰਹੇ ਹੋ ਕਿ ਇਹ ਤੁਹਾਡੇ ਨਾਲ ਪੁਰਾਣੀ ਪੋਲੀਟੀਕਲ ਖੁੰਦਕ ਕੱਢੀ ਜਾ ਰਹੀ? ਉਹ ਨਹੀਂ, ਇਹਦੀ ਪੋਲੀਟੀਕਲ ਪਰ ਹੈਗੀ, ਇਹ ਸੋਚ ਹੀ ਇਹਦੀ ਇਹੋ ਜਿਹੀ ਹੈ ਜੀ। ਸੋਚ ਇਹਦੀ ਇਸ ਤਰ੍ਹਾਂ ਦੀ ਹੈ। ਪਰ ਬਾਜਵਾ ਸਾਹਿਬ, ਤੁਹਾਨੂੰ ਨਹੀਂ ਲੱਗਦਾ ਇੱਕ ਨਾ ਹੁਣ ਕਿਹਾ ਜਾ ਰਿਹਾ ਕਿ ਸੱਤਾ ਦੇ ਗਲਿਆਰਿਆਂ 'ਚ ਚਰਚਾ ਹੋ ਰਹੀ ਹੈ, ਕਹਿੰਦੇ ਕਾਂਗਰਸ ਦੇ ਮੰਤਰੀਆਂ ਦੀ ਸੜ ਸਤੀ ਸ਼ੁਰੂ ਹੋ ਗਈ, ਇੱਕ ਸਾਧੂ ਸਿੰਘ ਧਰਮਸੋਤ ਫਸੇ ਹੋਏ ਨੇ, ਤੁਹਾਡੀ ਇਨਕੁਆਇਰੀ ਲੱਗ ਗਈ, ਔਰ ਇੱਕ ਇਨਕੁਆਇਰੀ ਭਾਰਤ ਭੂਸ਼ਣ ਆਸ਼ੂ ਦੇ ਅਗੇਂਸਟ ਵੀ ਮੇਰਾ ਹੈ ਜੀ। ਉਹ ਸਰਕਾਰ ਆ ਜੋ ਮਰਜ਼ੀ ਕਰੇ, ਮੈਂ ਆਪਣਾ ਜ਼ਿੰਮੇਵਾਰ ਹਾਂ। ਮੈਂ ਹਰ ਕਚਹਿਰੀ ਹਰ ਇਨਕੁਆਇਰੀ ਫੇਸ ਕਰਨ ਨੂੰ ਤਿਆਰ ਹਾਂ। ਮੇਰੇ ਮਨ 'ਤੇ ਕੋਈ ਬੋਝ ਨਹੀਂ। ਮੈਂ ਕੋਈ ਗਲਤ ਕੰਮ ਨਹੀਂ ਕੀਤਾ। ਮੈਂ ਕਿਸੇ ਕੋਲੋਂ ਨਵੇਂ ਪੈਸੇ ਦਾ ਰਵਾਦਾਰ ਨਹੀਂ, ਨਾ ਕੋਲੋਨਾਈਜ਼ਰ ਮੈਨੂੰ ਮਿਲਿਆ, ਨਾ ਮੈਂ ਕੋਲੋਨਾਈਜ਼ਰ ਮੈਨੂੰ ਆਣ ਕੇ ਗੱਲ ਕੀਤੀ, ਨਾ ਮੈਨੂੰ ਪਤਾ ਕਿਹਦੀ ਫਾਈਲ ਆ। ਇਸ ਕਰਕੇ ਜੋ ਕਰੇਗਾ ਠੀਕ ਹੈ, ਮੈਂ ਪਰਮਾਤਮਾ ਦੇ ਵਿਸ਼ਵਾਸ ਕਰਦਾ। ਤੁਹਾਨੂੰ ਪਤਾ ਨਹੀਂ ਵੀ ਫਾਈਲ ਕਿਹਦੀ ਹੈਗੀ ਹੈ? ਮੇਰੇ ਕੋਲ ਕਦੇ ਕੋਈ ਨਹੀਂ ਆਇਆ, ਕਦੇ ਕੋਈ ਨਹੀਂ ਆਇਆ। ਪਰ ਇਹ ਜਿਹੜੀ ਫਾਈਲ ਹੋਈ, ਫਿਰ ਇਹ ਕਿਸੇ ਦੇ ਬਿਨਾਂ ਅਪਰੋਚ ਕੀਤਿਆਂ, ਕਿਸੇ ਨੂੰ ਬਿਨਾਂ ਫੇਵਰ ਦੇਣ ਦੇ ਲਈ ਇਹ ਅਚਾਨਕ ਕਲੀਅਰ ਹੋ ਗਈ ਇਲੈਕਸ਼ਨ ਕਰਨ ਤੋਂ ਬਾਅਦ? ਫਾਈਲ ਨਾ ਕਲੀਅਰ ਕਰਨਾ ਵੀ ਗੁਨਾਹ ਤੇ ਕਰ ਦਿਓ ਤਾਂ ਵੀ ਗੁਨਾਹ ਵਾ। ਫਾਈਲ ਨਹੀਂ ਕਲੀਅਰ ਕੀਤੀ ਜੀ, ਲਮਕਾ ਛੱਡੀ, ਕੋ ਆਣ ਕੇ ਮਿਲੇ। ਇਹ ਮੈਂ ਸਵਾਲ ਬਾਜਵਾ ਸਾਹਿਬ ਇਸ ਲਈ ਕਰ ਰਿਹਾ ਕਿਉਂਕਿ ਤੁਸੀਂ ਧਾਲੀਵਾਲ ਸਾਹਿਬ ਦੀ ਪ੍ਰੈਸ ਕਾਨਫਰੰਸ ਦੇਖੀ ਹੋਏਗੀ ਸ਼ਾਇਦ, ਕਿਉਂਕਿ ਇਹ ਸਾਰੀ ਕੇਸ ਦੀ ਬਣਾਈ ਇਸ ਗੱਲ ਤੇ ਹੈਗੀ ਹੈ ਕਿ 10 ਤਰੀਕ ਨੂੰ ਜਦੋਂ ਕਾਂਗਰਸ ਇਲੈਕਸ਼ਨ ਹਾਰ ਗਈ ਸੀ, ਫਿਰ 11 ਨੂੰ ਐਡੀ ਕੀ ਜਲਦਬਾਜ਼ੀ ਸੀ ਕਿ ਜਾਂਦੇ ਤ੍ਰਿਪਤ ਬਾਜਵਾ ਫਾਈਲ ਸਾਈਨ ਕਰ ਗਏ। ਕੋਈ ਜਲਦਬਾਜ਼ੀ ਨਹੀਂ ਤੇ ਕੋਈ ਗੁਨਾਹ ਵੀ ਨਹੀਂ ਕੀਤਾ। ਬਿਲਕੁਲ ਮੈਂ ਗਲਤ ਨਹੀਂ ਕੀਤਾ, ਮੇਰੀ ਸੋਚ ਮੁਤਾਬਕ ਮੈਂ ਠੀਕ ਕੀਤਾ। ਸਰਕਾਰ ਗਵਰਨਮੈਂਟ ਹੈਗੀ ਸੀਗੀ, ਕੇਅਰ ਟੇਕਰ ਗਵਰਨਮੈਂਟ ਸੀ, ਭਾਵੇਂ ਮੈਂ ਜੋ ਕੀਤਾ ਮੇਰੀ ਅਕਲ ਮੁਤਾਬਕ ਮੈਂ ਠੀਕ ਕੀਤਾ। 2 ਸਵਾਲ ਆਖਰੀ। ਇੱਕ ਚੀਜ਼ ਤੁਹਾਨੂੰ ਲੱਗਦਾ ਕਿ ਇਹ ਨੁਕਸਾਨ ਮਾਲੀਏ ਦਾ ਨੁਕਸਾਨ ਹੋਇਆ ਕੋਈ, ਜਿਹੜਾ 7.5 ਕਰੋੜ ਦਾ ਜ਼ਿਕਰ ਕੀਤਾ ਜਾ ਰਿਹਾ? ਬਿਲਕੁਲ ਨਹੀਂ, ਝੂਠ ਕੈਲਕੂਲੇਸ਼ਨ ਕੀਤੀ ਜਾ ਰਹੀ ਹੈ। ਇਹ ਕਮਰਸ਼ੀਅਲ ਰੇਟ ਲਾਇਆ ਜਾ ਰਿਹਾ, ਇੱਥੇ ਕਮਰਸ਼ੀਅਲ ਰੇਟ ਨਹੀਂ ਲੱਗਣਾ। ਕਿਸ ਤਰ੍ਹਾਂ ਦਾ ਰੇਟ ਤੈਅ ਹੋਣਾ, ਥੋੜਾ ਸਮਝਾ ਦਿਓ। ਮੈਂ ਦੱਸਿਆ ਵੀ ਜੋ ਕਲੈਕਟਰ ਰੇਟ ਆ ਤੇ ਜੋ ਉਸ ਇਲਾਕੇ 'ਚ ਰਜਿਸਟਰੀ ਜ਼ਮੀਨ ਦੀ ਹੋਈ ਆ ਉਹਦੀ ਐਵਰੇਜ ਕੱਢ ਕੇ ਉਹ ਰੇਟ ਲੱਗਦਾ ਵਾ, ਕਮਰਸ਼ੀਅਲ ਰੇਟ ਨਹੀਂ ਲੱਗਦਾ। ਇਹ ਮੰਤਰੀ ਸਾਹਿਬ ਐਵੇਂ ਸੈਂਸੇਸ਼ਨਲ ਖਬਰ ਬਣਾ ਕੇ, ਵੱਡੀ ਖਬਰ ਬਣਾ ਕੇ ਦੱਸ ਰਹੇ ਨੇ ਕਿ ਇਹਨਾਂ ਨੂੰ ਇਸ ਗੱਲ ਦਾ ਉਦੋਂ ਨਹੀਂ ਸੀ ਪਤਾ ਜਦੋਂ ਪਹਿਲੇ ਦਿਨ ਇੰਟਰਵਿਊ ਕਰ ਰਹੇ ਨੇ। ਇਹ ਪਿੱਛੋਂ ਪਤਾ ਲੱਗਾ ਇਹਨਾਂ ਨੂੰ, ਆਫਟਰ ਥਾਟ ਹੈ। ਫਿਰ ਤੁਹਾਨੂੰ ਇਹ ਲੱਗਦਾ ਕਿ ਜੋ ਰੇਟ ਲਾਇਆ ਗਿਆ ਸੀ ਉਸ ਸਮੇਂ 43 ਲੱਖ ਰੁਪਏ ਪਰ ਏਕੜ, ਉਹ ਰੇਟ ਠੀਕ ਸੀਗਾ? ਜੇ ਠੀਕ ਸੀਗਾ ਤਾਂ ਹੀ ਅਫਸਰਾਂ ਨੇ ਉਹਨੂੰ ਅਪਰੂਵ ਕੀਤਾ। ਸੀਮਾ ਜੈਨ ਜੀ ਸਾਡੇ ਬੜੇ ਵਧੀਆ ਅਫਸਰ ਨੇ, ਉਹ ਵੀ ਸਾਡੇ ਸੈਕਟਰੀ ਸਨ। ਉਹਨਾਂ ਦੇ ਕਦੇ ਪਹਿਲਾਂ 29 ਲੱਖ ਸੀ, ਉਹਨਾਂ ਆਬਜੈਕਸ਼ਨ ਕੀਤਾ। 43 ਲੱਖ ਤੇ ਉਹਨਾਂ ਵੀ ਕਦੇ ਆਬਜੈਕਸ਼ਨ ਨਹੀਂ ਕੀਤਾ ਵੀ ਗਲਤ ਰੇਟ ਲੱਗਾ ਜਾਂ ਮੁੜ ਕੇ ਲਾਇਆ ਜਾਵੇ। ਜਾਂ ਤੇ ਮੈਂ ਕਿਸੇ ਨੇ ਆਬਜੈਕਸ਼ਨ ਕੀਤਾ ਤੇ ਮੈਨੂੰ ਓਵਰ ਰੂਲ ਕੀਤਾ ਵੀ ਕੋਈ ਰੇਟ ਦਾ ਆਬਜੈਕਸ਼ਨ ਕਿਸੇ ਕੀਤਾ ਸੀ ਤੇ ਮੈਂ ਉਹਨੂੰ ਓਵਰ ਰੂਲ ਕੀਤਾ। ਕੋਈ ਉਹੋ ਜਿਹਾ ਆਬਜੈਕਸ਼ਨ ਆਇਆ ਨਹੀਂ ਜਿਹਨੂੰ ਮੈਂ ਓਵਰ ਰੂਲ ਕੀਤਾ, ਜਿਹੋ ਜਿਹੀ ਫਾਈਲ ਆਈ ਮੈਂ ਕੱਢ ਦਿੱਤੀ। ਤੁਸੀਂ ਇਸ ਚੀਜ਼ ਨੂੰ ਫਿਰ ਓਵਰਆਲ ਸਮ ਅਪ ਕਿਵੇਂ ਕਰਦੇ ਹੋ? ਤੁਹਾਨੂੰ ਕੀ ਲੱਗਦਾ ਕੀ ਬਣੂਗਾ? ਤ੍ਰਿਪਤ ਰਜਿੰਦਰ ਬਾਜਵਾ ਫਸ ਸਕਦੇ ਇਸ 'ਚ? ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਦੇ ਨਾਲ ਇਹ ਸਾਰਾ ਘੇਰਾ ਜਾਂ ਗੋਲਬੰਦੀ ਹੋ ਰਹੀ ਹੈ, ਫਸਾਉਣਾ ਚਾਹੁੰਦੇ ਨੇ? ਫਸਣ ਵਾਲੀ ਗੱਲ ਕੋਈ ਨਹੀਂ ਹੈ। ਜੇ ਕੋਈ ਜੈਨੂਇਨ ਇਨਕੁਆਇਰੀ ਹੋਏਗੀ, ਜੇ ਇੰਡੀਪੈਂਡੈਂਟ ਇਨਕੁਆਇਰੀ ਹੋਏਗੀ, ਬਿਲਕੁਲ ਕੋਈ ਫਸਣ ਵਾਲੀ ਗੱਲ ਹੀ ਮੇਰੇ ਸੋਚ ਮੁਤਾਬਕ। ਮੈਂ ਹਰ ਜੈਨੂਇਨ ਇਨਕੁਆਇਰੀ ਫੇਸ ਕਰਨ ਨੂੰ ਤਿਆਰ ਹਾਂ। ਹਾਂ, ਪੋਲੀਟੀਕਲ ਮੂਵ ਹੈ, ਜਿਹਨੂੰ ਮਰਜ਼ੀ ਫਸਾ ਦਿਓ, ਕਿਹੜੀ ਗੱਲ ਆ। ਬਾਜਵਾ ਸਾਹਿਬ, ਹੁਣ ਸਥਿਤੀ ਇਹ ਆ ਕਿ ਸਾਬਕਾ ਪੰਚਾਇਤ ਮੰਤਰੀ ਬਨਾਮ ਮੌਜੂਦਾ ਪੰਚਾਇਤ ਮੰਤਰੀ, ਤੁਹਾਡਾ ਆਪਣਾ ਪੱਖ ਹੈ। ਤੁਸੀਂ ਕਹਿੰਦੇ ਕੋਈ ਗੜਬੜ ਘਪਲਾ ਹੋਇਆ ਨਹੀਂ, ਉਹ ਕਹਿੰਦੇ ਘਪਲਾ ਹੋਇਆ। ਉਹ ਇਸ ਨੂੰ ਘਪਲਾ ਸ਼ਬਦ ਬੋਲਦੇ ਆ। ਲੋਕੀ ਯਕੀਨ ਕਿਵੇਂ ਕਰਨਗੇ? ਪਹਿਲਾਂ ਤਾਂ ਮੈਂ ਮੰਤਰੀ ਸਾਹਿਬ ਨੂੰ ਪੁੱਛਣਾ ਵੀ ਤੁਸੀਂ 25 ਦਿਨਾਂ ਪਿੱਛੇ ਯੂ ਟਰਨ ਕਿਉਂ ਲਿਆ? ਤੁਸੀਂ ਪਹਿਲਾਂ ਕੀ ਆਖਿਆ ਤੇ ਹੁਣ ਤੁਸੀਂ ਯੂ ਟਰਨ ਕਿਉਂ ਲਿਆ? ਮੰਤਰੀ ਸਾਹਿਬ ਇਸ ਗੱਲ ਦਾ ਜਵਾਬ ਦੇਣ।
ਬਾਕੀ ਮੇਰਾ ਤਾਂ ਪੱਖ ਜੋ ਪਹਿਲੇ ਦਿਨ ਸੀ ਉਹ ਅੱਜ ਵੀ ਇਹੋ ਆ ਵੀ ਮੈਂ ਕੋਈ ਇਹ 'ਚ ਘਪਲਾ ਨਹੀਂ ਕੀਤਾ। ਮੈਂ ਕਿਸੇ ਕੋਲੋਂ ਨਵੇਂ ਪੈਸੇ ਦਾ ਰਵਾਦਾਰ ਨਹੀਂ। ਇਹ ਕੋਈ ਕਾਲੋਨੀ ਕੋਈ ਫਾਈਲ ਕਲੀਅਰ ਕਰਾਉਣ ਲਈ ਮੇਰੇ ਕੋਲ ਕਦੇ ਕੋਈ ਨਹੀਂ ਆਇਆ। ਮੈਂ ਕਦੇ ਕਿਸੇ ਡੀਸੀ ਨੂੰ ਇਸ ਦਾ ਰੇਟ ਲਾਉਣ ਲਈ ਟੈਲੀਫੋਨ ਨਹੀਂ ਕੀਤਾ। ਮੈਂ ਇਸ ਫਾਈਲ ਨੂੰ ਕੋਲ ਸੱਦਣ ਲਈ ਕਿਸੇ ਸੈਕਟਰੀ ਨੂੰ ਟੈਲੀਫੋਨ ਨਹੀਂ ਕੀਤਾ। ਕੋਈ ਸੈਕਟਰੀ ਦੱਸ ਦੇਵੇ ਮੈਂ ਕਿਸੇ ਨੂੰ ਇਸ ਫਾਈਲ ਲਈ ਟੈਲੀਫੋਨ ਕੀਤਾ ਹੈ ਵੀ ਇਹਨੂੰ ਛੇਤੀ ਭੇਜੋ ਜਾਂ ਕਰੋ, ਨਾ, ਬਿਲਕੁਲ ਨਹੀਂ। ਇਸ ਗੱਲ ਲਈ ਮੈਨੂੰ ਕਿਸੇ ਮੰਦਰੇ ਮਸਜਿਦ ਗੁਰਦੁਆਰੇ ਵਿੱਚੋਂ ਨੂੰ ਤਿਆਰ ਆ ਵੀ ਮੈਂ ਇਹਦੇ 'ਚ ਨਵੇਂ ਪੈਸੇ ਦਾ ਰਵਾਦਾਰ ਨਹੀਂ। ਕੋਈ ਯਕੀਨ ਕਰੇ ਨਾ ਕਰੇ ਉਹਦੀ ਮਰਜ਼ੀ ਹੈ, ਪਰ ਮੈਂ ਨਹੀਂ ਕਿਸੇ ਨਵੇਂ ਪੈਸੇ ਦਾ ਰਵਾਦਾਰ। ਗੁਰਦੁਆਰੇ ਚੜ੍ਹਨ ਨੂੰ ਤਿਆਰ ਹੋ? ਬਿਲਕੁਲ ਤਿਆਰ ਆ, ਬਿਲਕੁਲ ਤਿਆਰ ਆ। ਮੈਂ ਕਹਿੰਦਾ ਜਿਹਦੀ ਕਲੋਨੀ ਉਹਨੂੰ ਹੀ ਚਾੜ ਲਓ ਵੀ ਕਦੇ ਮੇਰੇ ਕੋਲ ਆਇਆ, ਕਦੇ ਮੈਨੂੰ ਮਿਲਿਆ ਇਸ ਕੰਮ ਲਈ, ਉਹਨੇ ਕੋਈ ਫਾਈਲ ਦਾੜ ਕੇ ਆਖਿਆ ਫਾਈਲ ਮੇਰੀ ਕੱਢੋ, ਮੈਂ ਤਾਂ ਵੀ ਗੁਨਾਹਗਾਰ ਹਾਂ ਜੋ ਕਹਿੰਦੇ ਮੈਂ ਮਿਲਿਆ। ਇਹ ਬੜਾ ਉਹ ਆ, ਮਤਲਬ ਜਸਟਿਸ ਦਾ ਬੜਾ ਵਿਲੱਖਣ ਸਿਸਟਮ ਹੈ। ਤ੍ਰਿਪਤ ਬਾਜਵਾ, ਕੁਲਦੀਪ ਧਾਲੀਵਾਲ ਤੇ ਜਿਹੜੇ ਕਲੋਨੀ ਦੇ ਮਾਲਕ ਨੇ ਉਹ ਗੁਰਦੁਆਰੇ ਚਲ ਜਾਣ ਵੀ ਇਹ 'ਚ ਕੋਈ ਘਪਲਾ ਹੋਇਆ ਕਿ ਨਹੀਂ ਹੋਇਆ। ਮੈਨੂੰ ਕਦੇ ਮਿਲੇ ਕਿ ਨਹੀਂ ਮਿਲੇ, ਮੇਰੇ ਨਾਲ ਕਦੇ ਗੱਲ ਕੀਤੀ ਕਿ ਨਹੀਂ ਕੀਤੀ, ਮੈਨੂੰ ਕਦੇ ਟੈਲੀਫੋਨ ਕੀਤਾ ਕਿ ਨਹੀਂ ਕੀਤਾ, ਮੈਨੂੰ ਕਦੇ ਇਸ ਫਾਈਲ ਲਈ ਅਪਰੋਚ ਕੀਤਾ ਨਹੀਂ ਕੀਤਾ। ਮੈਂ ਗੁਨਾਹਗਾਰ ਜੋ ਆਖਣ ਮੈਂ ਕੀਤਾ ਜਾਂ ਮਿਲੇ ਜਾਂ ਗੱਲ ਕੀਤੀ, ਮੈਂ ਗੁਨਾਹਗਾਰ ਹਾਂ। ਕੁਲਦੀਪ ਧਾਲੀਵਾਲ ਤਾਂ ਪੋਲੀਟੀਕਲ ਬੰਦਾ ਵਾ, ਉਹ ਕੁਛ ਵੀ ਕਰ ਸਕਦਾ। ਜੋ 20 ਦਿਨਾਂ ਪਿੱਛੇ ਯੂ ਟਰਨ ਲੈ ਸਕਦਾ, ਉਹਦਾ ਸਟੈਂਡ ਦਾ ਤਾਂ ਦੁਨੀਆ ਨੂੰ ਪਤਾ ਲੱਗ ਹੀ ਗਿਆ ਵਾ। ਕਹਿੰਦੇ ਅਸੀਂ ਰਿਕਵਰੀ ਕਰਾਂਗੇ 7.5 ਕਰੋੜ ਨੂੰ ਕਿੱਲਾ ਸੀਗਾ, 28 ਕਰੋੜ ਦਾ ਨੁਕਸਾਨ ਹੋਇਆ। ਨੁਕਸਾਨ ਹੁਣ ਸਾਨੂੰ ਲੱਗ ਗਿਆ, ਸਮਝ ਸਾਡੇ ਆ ਚੁੱਕਿਆ ਵੀ ਨੁਕਸਾਨ ਹੋ ਗਿਆ, ਅਸੀਂ ਹੁਣ ਰਿਕਵਰੀ ਕਰਾਂਗੇ। ਹੁਣ ਰਿਕਵਰੀ ਕਿਹਦੇ ਕੋਲੇ ਹੋਏਗੀ ਇਹ ਹਜੇ ਕਲੀਅਰ ਨਹੀਂ ਹੋਇਆ। ਦੇਖੋ ਧਾਲੀਵਾਲ ਸਾਹਿਬ ਐਵੇਂ ਗੱਲ ਵਧਾ ਰਹੇ ਨੇ, ਨਵੇਂ ਡੀਸੀ ਸਾਹਿਬ ਕੋਲੋਂ ਬੜਾ ਚੰਗਾ ਡੀਸੀ ਸਾਹਿਬ ਹੁਣ ਵੀ ਨੇ, ਰੇਟ ਲਵਾ ਕੇ ਦੇਖ ਲੈਣ। ਜਿੰਨੀਆਂ ਜਿਸ ਤਰ੍ਹਾਂ ਦੇ ਨਾਲ ਕੁਲਦੀਪ ਸਿੰਘ ਧਾਲੀਵਾਲ ਪੰਚਾਇਤੀ ਜ਼ਮੀਨਾਂ ਛੁਡਵਾ ਰਹੇ ਨੇ, ਕਹਿੰਦੇ ਅਸੀਂ 50,000 ਏਕੜ ਤੋਂ ਵੱਧ ਜ਼ਮੀਨਾਂ ਜਿਹੜੀਆਂ ਅਸੀਂ ਛੁਡਵਾ ਲਈਆਂ। ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਬਾਜਵਾ ਸਾਹਿਬ? ਉਹ ਚਲੋ ਜੀ, ਉਹ ਜੋ ਕਰਦੇ ਨੇ ਕਰੇ ਜਾਣ। ਵਜ਼ੀਰਾਂ ਦਾ ਕੰਮ ਜਾ ਕੇ ਆਪ ਟਰੈਕਟਰ 'ਤੇ ਚੜ੍ਹ ਕੇ ਪੈਲੀਆਂ ਬਣਾਉਣਾ ਨਹੀਂ ਹੁੰਦਾ। ਵਜ਼ੀਰ ਬਣਨ, ਮੈਨੂੰ ਕੁਆਰੀਆਂ ਜਿੰਨੀਆਂ ਮਰਜ਼ੀ ਕਰਾਈ ਜਾਣ, ਪਰ ਉਹ ਥੱਲੇ ਮੁਲਾਜ਼ਮ ਹੁੰਦੇ ਨੇ, ਅਫਸਰ ਹੁੰਦੇ ਨੇ ਜਿਨ੍ਹਾਂ ਦੇ ਕੰਮ ਕਰਨਾ ਹੁੰਦਾ। ਪਰ ਠੀਕ ਹੈ, ਜੇ ਉਹਨਾਂ ਛਡਾਈ ਆ ਤਾਂ ਲੱਗ ਜਾਏਗਾ ਪਤਾ 2 ਸਾਲਾਂ ਤੱਕ ਕਿੰਨੀ ਕੁ ਛਡਾਈ ਆ, ਕੀ ਹਿਸਾਬ ਕਿਤਾਬ। ਬਹੁਤ ਧੰਨਵਾਦ ਬਾਜਵਾ ਸਾਹਿਬ। ਸੋ ਇਹ ਸਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ। ਕਹਿੰਦੇ ਰਿਟਾਇਰਡ ਜੱਜ ਤੋਂ ਜਾਂ ਸਿਟਿੰਗ ਜੱਜ ਤੋਂ ਇਨਕੁਆਇਰੀ ਕਰਵਾਈ ਜਾਣੀ ਚਾਹੀਦੀ ਸੀਗੀ। ਇਹ ਜਿਹੜੀ ਇਨਕੁਆਇਰੀ ਕਮੇਟੀ ਬਣਾਈ ਗਈ ਉਸ 'ਤੇ ਕੁਝ ਬਹੁਤਾ ਭਰੋਸਾ ਤ੍ਰਿਪਤ ਬਾਜਵਾ ਨੂੰ ਨਹੀਂ ਹੈਗਾ। ਪਰ ਸਭ ਤੋਂ ਖਾਸ ਗੱਲ ਜਿਹੜੀ ਉਹਨਾਂ ਨੇ ਕਹੀ ਹੈ ਕਿ ਜਿਸ ਸਮੇਂ ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਵਿੱਚ ਸੀ, ਉਸ ਸਮੇਂ ਕੁਝ ਪੋਲੀਟੀਕਲ ਰੰਜਿਸ਼ ਤ੍ਰਿਪਤ ਬਾਜਵਾ ਦੇ ਨਾਲ ਰਹੀ ਹੈ। ਕਹਿੰਦੇ ਕੁਲਦੀਪ ਧਾਲੀਵਾਲ ਨੇ 2012 ਇਲੈਕਸ਼ਨ ਦੇ ਵਿੱਚ ਮੇਰੀ ਮੁਖਾਲਫਤ ਕੀਤੀ, ਮੈਨੂੰ ਹਰਵਾਉਣ ਦੀ ਕੋਸ਼ਿਸ਼ ਵੀ ਕੀਤੀ। ਇਹ ਸਭ ਕੁਝ ਉਸੇ ਦਾ ਸਿੱਟਾ ਵੀ ਹੋ ਸਕਦਾ ਹੈ। ਕੈਮਰਾਮੈਨ ਗੁਲਸ਼ਨ ਦੇ ਨਾਲ ਪਮਿਲ ਭਾਟੀਆ, ਦੈਨਿਕ ਸਵੇਰਾ, ਗੁਰਦਾਸਪੁਰ।